Hello everyone, I am Navneet from Skydream, which is situated in Puchamandi. Today I will discuss about the another task 2 that has been conducted by the examination of IDP, and probably it likely to be seen in the coming examination of the IDP. So be conscious till at the end until all the explanation will be completed. So today we will discuss about the task 2 that is known as animals are in the danger of extinction. People say that we should protect only those animals which are useful to the human. Do you agree and disagree? कहते एनिमल हैं ਜਿਹੜੇ ਉਹ एक्सटिंक्ट हो रहे हैं। एक्सटिंक्शन ਦਾ मतलब ਕੀ ਹੈ? इन एक्सटिंक्शन ਦਾ मतलब ਕੀ ਹੈ? ਆਪਾਂ ਉਹ ਸਪੀਸੀਜ਼ ਦੀ ਗੱਲ ਕਰਾਂਗੇ ਜਿਹੜੀਆਂ ਇਨ ਡੇਂਜਰ ਨੇ। ਇਨ ਡੇਂਜਰ ਦੇ ਵਿੱਚ ਮੋਸਟ ਆਫ ਦਾ ਕੈਂਡੀਡੇਟਸ ਨੂੰ ਇਦਾਂ ਹੁੰਦਾ ਕਿ ਜਿਹੜੇ ਡੇਂਜਰਸ ਐਨੀਮਲ ਆ ਉਹਨਾਂ ਨੂੰ ਕਹਿੰਦੇ ਆ। ਇਨ ਡੇਂਜਰਸ ਜਿਹੜੀਆਂ ਸਪੀਸੀਜ਼ ਦੀ ਗੱਲ ਕਰੀਏ ਆਪਾਂ, ਇੰਡੇਂਜਰ ਸਪੀਸੀਜ਼ ਤੇ ਇੰਡੇਂਜਰ ਕਾਈਂਡਸ ਆਫ ਐਨੀਮਲਸ ਕੀ ਹੁੰਦੇ ਆ ਆਪਣੇ ਕੋਲੇ ਜਿਹੜੀਆਂ ਐਜ ਆਫ ਐਕਸਟਿੰਕਸ਼ਨ ਤੇ ਆ, ਐਜ ਆਫ ਡਿਸਅਪੀਅਰਿੰਗਸ ਤੇ ਆ। ਤਾਂ ਇਹਦੇ ਵਿੱਚ ਇੰਨਾ ਕਿਹਾ ਹੈ, ਕਹਿੰਦੇ ਵੀ ਐਨੀਮਲ ਆ ਜਿਹੜੇ ਉਹ ਡੇਂਜਰ ਦੇ ਵਿੱਚ ਹੈ, ਐਕਸਟਿੰਕਸ਼ਨ ਦੇ ਡੇਂਜਰ ਦੇ ਵਿੱਚ ਹੈ, ਵੀ ਡਿਸਅਪੀਅਰਿੰਗ ਦੇ ਖਤਰੇ ਦੇ ਵਿੱਚ ਹੈ। ਸਮ ਪੀਪਲ ਇਹ ਸੋਚਦੇ ਆ ਵੀ ਆਪਾਂ ਨੂੰ ਸਿਰਫ ਵੀ ਸ਼ੁੱਡ ਪ੍ਰੋਟੈਕਟ ਓਨਲੀ ਦੋਜ਼ ਐਨੀਮਲਸ, ਠੀਕ ਹੈ, ਜਿਹੜੇ ਆਪਣੇ ਲਈ ਯੂਜ਼ਫੁਲ ਹੈ, ਜਿਹੜੇ ਆਪਣੇ ਲਈ ਬੈਨੀਫੀਸ਼ੀਅਲ ਹੈ। ਤਾਂ ਇਹਦੇ ਇਸ ਨੋਸ਼ਨ ਦੇ ਨਾਲ ਤੁਸੀਂ ਅਗਰੀ ਕਰਦੇ ਹੋ ਕਿ ਡਿਸਅਗਰੀ ਕਰਦੇ ਹੋ? ਸੋ ਇਹਦੇ ਵਿੱਚ ਮੈਂ ਕੁਛ ਪੋਰਸ਼ਨ ਯੂਜ਼ ਕੀਤਾ ਹੈ। ਐਨੀਮਲਸ ਆਰ ਬਿਊਟੀਫੁਲ ਕ੍ਰੀਏਸ਼ਨ ਆਫ ਨੇਚਰ ਵਿਚ ਮੇਨਟੇਨ ਦਾ ਇਕੋਲੋਜੀਕਲ ਬੈਲੈਂਸ ਵਿਦ ਦ ਹੈਲਪ ਆਫ देयर ਫੂਡ ਚੇਨ। ਐਨੀਮਲ ਹੈ ਜਿਹੜੇ ਨੇਚਰ ਦੀ ਬਿਊਟੀਫੁਲ ਕ੍ਰੀਏਸ਼ਨ ਹੈ, ਜਿਹੜੇ ਕਿ ਆਪਣੀ ਫੂਡ ਚੇਨ ਦੇ ਨਾਲ ਬੈਲੈਂਸ ਮੇਨਟੇਨ ਕਰਦੇ ਆ। ਉਸ ਤੋਂ ਬਾਅਦ ਹਰਬੀਵੋਰਸ, ਕਾਰਨੀਵੋਰਸ, ਸਟ੍ਰੇ ਐਨੀਮਲਸ। ਹਰਬੀਵੋਰਸ, ਕਾਰਨੀਵੋਰਸ ਐਂਡ ਓਮਨੀਵੋਰਸ ਉਹ ਐਨੀਮਲਸ ਹੈ। ਹਰਬੀਵੋਰਸ ਕਿਹਦੇ ਤੋਂ ਬਣਿਆ? ਹਰਬਲ ਤੋਂ, ਜਿਹੜੇ ਘਾਹ ਫੂਸ ਖਾਂਦੇ ਆ। ਕਾਰਨੀਵੋਰਸ ਕੀ ਹੈ ਆਪਣੇ ਕੋਲੇ? ਜਿਹੜੇ ਮਾਸਾਹਾਰੀ ਐਨੀਮਲਸ ਹੁੰਦੇ ਆ ਉਹਨਾਂ ਨੂੰ ਆਪਾਂ ਕਾਰਨੀਵੋਰਸ ਕਹਿੰਦੇ ਆ। ਓਮਨੀਵੋਰਸ ਕੀ ਹੁੰਦੇ ਆ? ਦੋਨੋਂ ਹੀ ਹੁੰਦੇ ਆ। ਪ੍ਰੋਪਰਲੀ ਮਤਲਬ ਤੁਸੀਂ ਇਹ ਚੀਜ਼ ਮਾਈਂਡ ਦੇ ਵਿੱਚ ਰੱਖਣੀ ਹੈ ਕਿ these words are only used for the animals, not used for the ਹਿਊਮਨਸ। ਬਿਕੋਜ਼ ਮੇਰੀ ਕਲਾਸ ਦੇ ਵਿੱਚ ਕਾਫੀ ਬੱਚਿਆਂ ਦੀ ਰਾਈਟਿੰਗ ਦੀ ਨੋਟਬੁੱਕ ਦੇ ਵਿੱਚ ਉਹਨਾਂ ਨੇ ਹਿਊਮਨ ਤੇ ਵੀ ਇਹ ਚੀਜ਼ ਐਕਸਪਲੇਨ ਕਰਤੀ ਸੀ ਕਿ ਮਤਲਬ ਉਹ ਕੁਛ ਕੋਈ ਕੰਸੈਪਟ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਹਿਊਮਨ ਓਮਨੀਵੋਰਸ ਹੁੰਦੇ ਆ, ਦੈਟਸ ਵਾਈ ਉਹ ਇੱਦਾਂ ਦੀਆਂ ਚੀਜ਼ਾਂ ਨੂੰ ਆਲਮੋਸਟ ਪਰਫਾਰਮ ਕਰਦੇ ਆ। ਸੋ ਇਹਦੇ ਨਾਲ ਨਹੀਂ ਤੁਸੀਂ ਜਾਣਾ। ਤਾਂ ਤੁਸੀਂ ਇਹਦੇ ਵਿੱਚ ਕੀ ਡਿਸਕਸ ਕਰਨਾ ਆਪਾਂ ਨੇ? ਆਹ ਵਾਲਾ ਜਿਹੜਾ ਹਰਬੀਵੋਰਸ, ਕਾਰਨੀਵੋਰਸ ਐਂਡ ਓਮਨੀਵੋਰਸ ਜਿਹੜੇ ਵੋਕੈਬਲਰੀ ਦੇ ਵਰਡਸ ਨੇ, ਯੂ ਸ਼ੁੱਡ ਗੋ ਵਿਦ ਓਨਲੀ ਦ ਹਿਊਮਨਸ ਐਨੀਮਲਸ, ਸੌਰੀ। ਉਸ ਤੋਂ ਬਾਅਦ ਇੰਡੇਂਜਰ ਸਪੀਸੀਜ਼, ਕਾਈਂਡਸ ਔਰ ਸਪੀਸੀਜ਼ ਸੇਮ ਹੁੰਦਾ। ਇੰਡੇਂਜਰ ਉਹ ਹੁੰਦਾ ਜਿਹੜੀਆਂ ਡਿਸਅਪੀਅਰੈਂਸ ਦੇ ਐਜ ਤੇ ਹੁੰਦੀਆਂ ਨੇ, ਉਹਨਾਂ ਨੂੰ ਕਹਿੰਦੇ ਆ, ਠੀਕ ਹੈ। ਤਾਂ ਫਿਰ ਸਭ ਤੋਂ ਪਹਿਲਾਂ ਆਪਾਂ ਡੇਂਜਰ ਆਫ ਐਕਸਟਿੰਕਸ਼ਨ ਨੂੰ ਕੀ ਲਿਖਾਂਗੇ? ਐਨੀਮਲਸ ਵਿਚ ਆਰ ਐਕਸਟਿੰਕਟਿੰਗ, ਐਨੀਮਲ ਵਿਚ ਆਰ ਔਨ ਦ ਐਜ ਆਫ ਐਕਸਟਿੰਕਸ਼ਨ, ਵਰਜ ਆਫ ਐਕਸਟਿੰਕਸ਼ਨ, ਐਨੀਮਲ ਵਿਚ ਆਰ ਡਿਸਅਪੀਅਰਿੰਗ and some kind of animals which are considered as a endangered species. So ਇਹਨਾਂ ਨੂੰ ਆਪਾਂ ਕੀ ਕਹਾਂਗੇ? ਡਿਸਅਪੀਅਰੈਂਸ ਦੇ ਜਿਹੜੇ ਪੋਰਸ਼ਨ ਦੇ ਵਿੱਚ ਕਾਊਂਟ ਹੋਣਗੇ। ਫਸਟਲੀ ਆਪਾਂ ਇੰਟਰੋਡਕਸ਼ਨ ਨੂੰ ਪੈਰਾਫਰੇਜ਼ ਕਰਾਂਗੇ। ਪਹਿਲਾ ਕੁਐਸਚਨ ਆਪਾਂ ਕਵਾਂਗੇ undeniably in the present scenario endangered species are present that can be noticed in the everywhere or in the present time. ਉਸ ਤੋਂ ਬਾਅਦ ਤੁਸੀਂ ਆਹ ਵਾਲੇ ਕਨਸੈਪਟ ਨੂੰ ਕੀ ਯੂਜ਼ ਕਰੋਗੇ? Although it is reckoned by some people only the species which are beneficial for the people had better be protected by the people, but I opposed that this notion is being opposed by me, and the viewpoints will be discussed in upcoming paragraphs. ਪਹਿਲਾਂ ਤੁਸੀਂ ਇਸ ਚੀਜ਼ ਨੂੰ ਪੈਰਾਫਰੇਜ਼ ਕੀਤਾ ਕਿ ਇੰਡੇਂਜਰ ਸਪੀਸੀਜ਼ ਹੈ ਜਿਹੜੀਆਂ ਉਹ ਅੱਜ ਦੇਖ ਸਕਦੇ ਆ। ਇਟ ਇਜ਼ ਰੈਕਨਡ ਬਾਈ ਸਮ ਪੀਪਲ, ਇਹ ਕੁਛ ਪੀਪਲ ਦੇ ਦੁਆਰਾ ਰੈਕਨ ਕੀਤਾ ਜਾਂਦਾ ਸੀਗਾ ਜਾਂਦਾ ਹੈ। ਸ਼ੁੱਡ ਵਾਲਾ ਜਿਹੜਾ ਕੰਸੈਪਟ ਹੈ ਉਹਨੂੰ ਹੈਡ ਬੈਟਰ ਦੇ ਕੰਸੈਪਟ ਦੇ ਨਾਲ ਚੇਂਜ ਕਰਤਾ ਤੇ ਪੈਸਿਵ ਟੈਂਸ ਲਗਾਤਾ। ਫਿਰ ਉਸ ਤੋਂ ਬਾਅਦ ਲਾਸਟਲੀ ਤੁਸੀਂ ਕਹਿਤਾ ਬਟ ਮੈਂ ਇਸ ਕੰਸੈਪਟ ਤੋਂ ਮਤਲਬ ਜਿਹੜੇ ਇਹ ਸਟੇਟਮੈਂਟ ਹੈ, ਮੈਂ ਮਤਲਬ ਇਹ ਜਿਹੜੀ ਸਟੇਟਮੈਂਟ ਹੈ ਮੇਰੇ ਦੁਆਰਾ ਅਪੋਜ਼ ਕੀਤੀ ਜਾ ਰਹੀ ਹੈ। ਦੇ ਸਟੇਟਮੈਂਟ is being opposed by me, and all ਜਿਹੜੇ ਵਿਊ ਪੁਆਇੰਟਸ ਹੈ ਉਹ ਸਬਸੀਕੁਐਂਟ ਪੈਰਾਗ੍ਰਾਫ ਦੇ ਵਿੱਚ ਲਿਖੇ ਜਾ ਰਹੇ ਨੇ। all ਵਿਊ ਪੁਆਇੰਟਸ ਆਰ being discussed in the subsequent paragraphs. ਸੋ ਇਸ ਤਰੀਕੇ ਦੇ ਨਾਲ ਇਹ ਸੀ ਦੀ ਇੰਟਰੋਡਕਸ਼ਨ। then after that go with the another paragraphs in the form of explanation. There are numerous type of arguments which I would like to substantiating my arguments. The primary that
प्राइमरी वन ये है कि इट कैन नॉट बी इग्नोर्ड टू से दैट एनिमल्स आर ब्यूटिफुल क्रिएशन ऑफ नेचर विच मेंटेन द इकोलॉजिकल बैलेंस विद द हेल्प ऑफ देयर फूड चेन. सो इट इज़ अ फंडामेंटल ड्यूटी ऑफ द इंडिविजुअल. दे शुड प्रोटेक्ट all the animals, and all the activities had better be restricted or prohibited which harm the animals and which are responsible for the extinction of animals. Because without animals, the environment can become unbalanced. That will be a critical, and that will be hazards for the human, because it will be a challengeable for the people to survive without some of the species of the animals. एक ਇਹਦੇ ਵਿੱਚ ਤੁਸੀਂ ਸਰਵੇ ਵੀ ਕਾਊਂਟ ਕਰ ਸਕਦੇ ਹੋ ਜਾਂ ਐਗਜ਼ਾਮਪਲ ਦੇ ਤੌਰ ਤੇ ਵੀ ਲਿਖ ਸਕਦੇ ਹੋ. ਫॉर एग्जांपल, बिकॉज इट हैज़ मैनी dangerous impact that cannot be ignored. To elaborate an epitome which can be considered is that the topmost impact of the extinction of species are the fatal accident that can be seen in the developing as well as underdeveloping countries. These type of accidents are occurring just because of the stray animal. आवारा जेडे animals है उन्ना दे. The quantity of the stray animal are increasing because they are herbivorous animal, and the due to these are increasing just because of the decreasing level of the carnivorous. क्योंकि एक टाइम सी जो फॉरेस्ट होंदे सी ਤਾਂ ਜਿਹੜੇ stray animal ਆ ਫੋਰੈਸਟ ਦੇ ਵਿੱਚ ਚਲੇ ਜਾਂਦੇ ਸੀ, ਉੱਥੇ ਉਹਨਾਂ ਨੂੰ carnivorous animal ਖਾ ਕੇ ਖਤਮ ਕਰ ਦਿੰਦੇ ਸੀ, ਜਿਹਦੇ ਕਰਕੇ ਉਹਨਾਂ ਦੀ ਕੁਆਂਟੀਟੀਜ਼ ਜਿਹੜੀਆਂ ਉਹ ਨਹੀਂ ਵੱਧਦੀਆਂ ਸੀਗੀਆਂ ਤੇ ਤਾਂ ਕਰਕੇ ਵੀ ਮਤਲਬ ਇਹ ਚੀਜ਼ ਹੋ ਰਹੀ ਹੈ. ਸੋ ਦੈਟਸ ਵਾਈ ਪੀਪਲ ਹੈਵ ਟੂ ਫੇਸ ਅ ਲੋਟ and human have to face a lot. So that's why animals had better be protected by the people. ਤੁਸੀਂ ਜਿਹੜੀ ਸ਼ੁੱਡ ਵਾਲੀ ਕੰਡੀਸ਼ਨ ਯੂਜ਼ ਕਰਨੀ ਹੈ ਫਲੋ ਦੇ ਵਿੱਚ, ਕਈ ਵਾਰ ਉਹ ਕੰਡੀਸ਼ਨਾਂ ਯੂਜ਼ ਨਹੀਂ ਹੁੰਦੀਆਂ, ਬਟ ਜਦੋਂ ਤੁਸੀਂ ਰਾਈਟ ਕਰਨਾ ਤਾਂ ਉਸ ਟਾਈਮ ਤੇ ਤੁਸੀਂ ਉਹ ਵੇਰੀਏਸ਼ਨਸ ਯੂਜ਼ ਕਰਨੀਆਂ. ਹੈਡ ਬੈਟਰ ਵਾਲੀ ਵੇਰੀਏਸ਼ਨ ਯੂਜ਼ ਕਰਨੀ ਆ, ਆਊਟ ਟੂ ਵਾਲੀ ਵੇਰੀਏਸ਼ਨ ਯੂਜ਼ ਕਰਨੀ ਹੈ, ਮਸਟ ਤੇ ਸ਼ੁੱਡ ਵਾਲਾ ਕੰਸੈਪਟ ਹੋ ਗਿਆ ਤੇ ਨੀਡ ਵਾਲਾ ਕੰਸੈਪਟ ਹੋ ਗਿਆ. ਇਹੀ ਜਿਹੜੀਆਂ 8 ਵੇਰੀਏਸ਼ਨ ਮੈਂ ਲਾਸਟ ਐਗਜ਼ਾਮੀਨੇਸ਼ਨਸ ਦੇ ਵਿੱਚ ਤੇ ਲਾਸਟ ਵੀਡੀਓਜ਼ ਦੇ ਵਿੱਚ ਐਕਸਪਲੇਨ ਕਰ ਚੁੱਕੀ ਹਾਂ, ਤਾਂ ਉਹ ਤੁਸੀਂ ਉਹਦੇ ਵਿੱਚ ਐਡ ਅਪ ਕਰਨੀਆਂ. ਉਸ ਤੋਂ ਬਾਅਦ ਆਪਾਂ ਸੈਕਿੰਡ ਪੁਆਇੰਟ ਹੋਰ ਲਵਾਂਗੇ ਇੱਕ. ਪੈਰਾਡੋਕਸਿਕਲੀ ਆਈ ਐਮ ਮੋਰ ਇਨਕਲਾਈਨਡ ਟੂਵਰਡਸ ਦ ਵਿਊ that all animals have a right in order to live on the earth as a human. So they have a proper freedom in order to live on the earth. Without them the earth atmosphere is not possible, because they are also part of living beings. Living beings ਦੇ ਵਿੱਚ ਕੀ ਕੁਛ ਹੁੰਦਾ ਹੈ? ਹਿਊਮਨ ਹੁੰਦੇ ਆ, ਐਨੀਮਲਸ ਹੁੰਦੇ ਆ, ਐਂਡ ਟਰੀਜ਼ ਹੁੰਦੇ ਆ. ਤੁਸੀਂ ਦੇਖੋ ਵਿਦਾਊਟ ਐਨੀਮਲਸ ਇਹ ਚੀਜ਼ ਪੋਸੀਬਲ ਨਹੀਂ. ਜਦੋਂ ਉਹ ਇੰਬੈਲੈਂਸ ਹੋ ਗਿਆ, ਕਿਸੇ ਚੀਜ਼ ਦੀ ਮਾਤਰਾ ਜ਼ਿਆਦਾ ਹੋ ਗਈ, ਕਿਸੇ ਦੀ ਘੱਟ ਹੋ ਗਈ, ਤਾਂ ਉਸ ਚੀਜ਼ ਦੇ ਨਾਲ ਆਪਣਾ ਇਨਵਾਇਰਮੈਂਟ ਬਹੁਤ ਖਰਾਬ ਹੋ ਰਿਹਾ ਹੈ, ਤੇ ਜਿਹਦੇ ਇੰਪੈਕਟ ਕੌਨਸੀਕੁਐਂਟਲੀ ਇਟ ਲੀਡ ਦ ਹੈਜ਼ਾਰਡ ਇੰਪੈਕਟ ਔਨ ਦ ਇਨਵਾਇਰਮੈਂਟ ਐਂਡ ਇੰਡੀਵਿਜੂਅਲਸ. ਉਸ ਤੋਂ ਬਾਅਦ it cannot be ignored to say that basic requirements can be completed by the animals like meat, milk products. ठीक है, ਤਾਂ ਇੱਦਾਂ ਦੇ ਜਿੰਨੇ ਵੀ ਆਇਲਸ ਵਗੈਰਾ ਹੋ ਗਿਆ, ਸਕਿਨ ਪੋਸ਼ਨ ਹੋ ਗਿਆ ਉਹਨਾਂ ਦਾ, ਤਾਂ ਇੱਦਾਂ ਦੀ ਜਿਹੜੀ ਵੀ ਰਿਕੁਆਇਰਮੈਂਟ ਹੈ ਹਿਊਮਨ ਦੀ, ਉਹ ਐਨੀਮਲਸ ਆਰ ਹੈਲਪ ਟੂ ਕੰਪਲੀਟ, ਵਿਚ ਇਜ਼ ਹੈਲਪਫੁਲ ਇਨ ਆਰਡਰ ਟੂ ਅਰਨ ਦ ਬ੍ਰੈਡ ਬਟਰ. ਬਟ animals must not be exploited by the humans. पूरी तरह इन्हां नूं एक्सप्लोइट नहीं करना चाहिए, तां करके फिर ये चीज़ बनती है कि all animals had better be protected. सो उस तो बाद आपां हुण कंक्लूजन की गल करिए. आफ्टर पॉइंटिंग a great deal of thought, I came to the conclusion it's not a wise idea. Only the species that are profitable for the individuals should be saved, because all animals has a great importance due to having a food chain. Some of the species that can be seen in the present scenario which are on the edge of extinction, and consequently it lead some of the dangerous impact in the ecological portion. So that's why all species, it is a fundamental duty of individuals and the contribution of global, that all species had better be protected by providing the deforestation and implement these type of terms in their life. Because if the quantities of
extinction of animals will be increase, the likely to increase in the future. It will be very difficult in order to cure on it. सो इस तरीके दे नाल ए सी ऐसे होप करदी हां प्रॉपरली समझ आया होगा। फिर भी जे किसी बच्चे नूं कोई डाउट है, किसी अनदर टास्क दे रिलेटेड कोई डाउट है, बी कॉन्शियस रिगार्डिंग माई ईच एंड एवरी वीडियोस एंड कमेंट ऑन माई वीडियोस सो दैट आई कैन अपलोड अनदर वीडियोस ऑन द बिहाफ ऑफ योर क्वेरीज, बिकॉज माई ऑल वीडियोस आर एक्सपेरिमेंटेड ऑन द कैंडिडेट्स एंड आई मोस्ट ऑफ माई कैंडिडेट्स also have multiple marks and also have a good performance just behalf of these portions, because my all videos are experienced videos and I have experimented on my candidates who have gotten 7-8 band score in their examination of IELTS. Thank you so much.